ਮੁੱਖ ਮੰਤਰੀ ਦਾ ਚਿਹਰਾ ਹੋਣਗੇ ਭਗਵੰਤ ਸਿੰਘ ਮਾਨ, ਤੁਸੀਂ ਕਿਵੇਂ ਦੇਖਦੇ ਹੋ? ਹੁਣ ਸਾਧ ਸਾਹਿਬ ਤੁਸੀਂ ਦੱਸੋ, ਖੋਤੇ ਤੇ ਘੋੜੇ 'ਚ ਕੀ ਫਰਕ ਹੁੰਦਾ? ਗੁਰੂ ਸਾਹਿਬ ਨੇ ਸਾਨੂੰ ਕਿਰਪਾਨ ਦਿੱਤੀ ਹੈ ਜੀ, ਇਹ ਬਾਦਸ਼ਾਹੀ ਦੀ ਨਿਸ਼ਾਨੀ ਹੈ। ਇਹ ਲੋਕ ਸਮਝਣ ਕਿ ਤੁਸੀਂ ਰਾਜ ਕਰਨਾ ਹੈ, ਹੁੰਜਾ ਫੇਰਨਾ ਹੈ, ਬੌਕਰ ਦੇ ਨਾਲ ਜਾਂ ਝਾੜੂ ਦੇ ਨਾਲ। ਜੇ ਹਿੰਦੂਤਵ ਨੂੰ ਲੈ ਕੇ ਆਉਣਾ ਹੈ ਤਾਂ ਦਰਵਾਜ਼ੇ ਖੁੱਲ੍ਹੇ ਹੈ, ਕੌਮ ਜ਼ਿੰਮੇਵਾਰ ਹੋਊਗੀ। ਮੈਨੂੰ ਠੋਕ ਲੈਣ, ਦੇਖ ਲੈਣ, ਜੇ ਮਾਨ ਨੂੰ ਠੋਕਣਾ ਤਾਂ ਠੋਕ ਸਕਦੇ ਆ, ਪਰ ਇਹ ਫੋਕੇ ਐਵੇਂ ਦਾਬੇ ਮਾਰੀ ਜਾਣੇ। ਐਡੇ ਬੁਜ਼ਦਿਲ ਆਦਮੀ ਅਸੈਂਬਲੀ ਪਾਰਲੀਮੈਂਟ ਦੇ ਵਿੱਚ ਤੁਹਾਡੀ ਕੀ ਸੇਵਾ ਕਰਨਗੇ? ਉੱਥੇ ਤਾਂ ਤੁਹਾਨੂੰ ਇਹਨਾਂ ਦੇ ਲਈ ਲੈਟਰੀਨਸ ਲੈ ਕੇ ਜਾਣੀਆਂ ਪੈਣੀਆਂ ਕਿ ਡਰ ਦੇ ਨਾਲ ਕਿਤੇ ਕਸ਼ਹਿਰਾ ਹੀ ਨਾ ਗੰਦਾ ਹੋ ਜੇ। ਇਹ ਕਤਲਾਮ ਤੇ ਜੈਨੋਸਾਈਡ ਹੋਈ ਹੈ, ਅਜੇ ਤੱਕ ਇੰਡੀਆ ਨੇ ਕੀ ਸਟੈਪਸ ਲਏ ਹੈ? ਸਾਰੀਆਂ ਚੈਨਲਾਂ ਨੂੰ ਇਹਨਾਂ ਨੇ ਪੈਸੇ ਦਿੱਤੇ ਹੋਏ ਹੈ, ਸਾਰੀਆਂ ਅਖਬਾਰਾਂ ਨੂੰ ਪੈਸੇ ਦਿੱਤੇ ਹੋਏ ਹੈ। ਉਹਦਾ ਤੁਹਾਨੂੰ ਵੀ ਪਤਾ ਜਿਹੜਾ ਤੁਸੀਂ ਨਹੀਂ ਦੱਸਦੇ। ਅਸੀਂ ਤਾਂ ਇੱਕ ਤੋਂ ਨਹੀਂ ਲੈਤੇ, ਕਿਸੇ ਤੋਂ ਵੀ ਨਹੀਂ ਲੈਤੇ। ਮੈਂ ਤੁਹਾਡਾ ਨਹੀਂ ਨਾਂ ਲਿਆ, ਪਰ ਪਤਾ ਤੁਹਾਨੂੰ ਵੀ ਹੈ ਕਿਹੜੀਆਂ ਚੈਨਲਾਂ ਨੇ ਤੇ ਕਿਹੜੀਆਂ ਅਖਬਾਰਾਂ ਲੈਂਦੀਆਂ ਪੈਸੇ ਜੀ। ਤੇ ਜੇ ਮੈਂ ਨਹੀਂ ਦੱਸਦਾ ਤੁਸੀਂ ਵੀ ਖਾਮੋਸ਼ ਰਹਿੰਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ। ਮੈਂ ਰਤਨਦੀਪ ਸਿੰਘ ਧਾਲੀਵਾਲ। ਪੰਜਾਬ ਦੇ ਵਿੱਚ ਇਲੈਕਸ਼ਨਾਂ ਦਾ ਮਾਹੌਲ ਹੈ, ਬੜੀਆਂ ਹੀ ਸੀਟਾਂ ਆਈਆਂ ਜਿਸ ਨੂੰ ਸੋਸ਼ਲ ਮੀਡੀਆ, ਇਲੈਕਟ੍ਰੋਨਿਕ ਮੀਡੀਆ, ਪ੍ਰਿੰਟ ਮੀਡੀਆ ਹੌਟ ਸੀਟਾਂ ਕਹਿ ਰਿਹਾ ਹੈਗਾ। ਪਰ ਜੇ ਅਸੀਂ ਉਹਨਾਂ ਸੀਟਾਂ ਦੇ ਵਿੱਚੋਂ ਇੱਕ ਅਜਿਹੀ ਸੀਟ ਹੈ ਜਿੱਥੇ ਇਸ ਵਾਰ ਉਹ ਕੁਝ ਹੋਊਗਾ ਜਿਹੜਾ ਕੁਝ ਰਵਾਇਤੀ ਪਾਰਟੀਆਂ ਨੇ ਨਹੀਂ ਸੋਚਿਆ। ਬੜੇ ਲੋਕ ਬੜੇ ਸਰਵੇਖਣ ਕਰਵਾ ਰਹੇ ਨੇ, ਬੜਾ ਕੁਝ ਹੋ ਰਿਹਾ। ਕੋਈ ਕਹਿ ਰਿਹਾ ਹੈਗਾ ਵੀ ਆਮ ਆਦਮੀ ਪਾਰਟੀ ਜਿੱਤੂਗੀ, ਕੋਈ ਕਹਿ ਰਿਹਾ ਕਾਂਗਰਸ ਜਿੱਤੂਗੀ, ਕੋਈ ਕਹਿ ਰਿਹਾ ਕਿਸੇ ਸੀਟ ਦੇ ਉੱਤੇ ਅਕਾਲੀ ਦਲ ਬਾਦਲ ਦਾ ਦਬਦਬਾ ਗਾ। ਪਰ ਜੇ ਅਸੀਂ ਹਲਕਾ ਅਮਰਗੜ੍ਹ ਦੀ ਗੱਲ ਕਰਦੇ ਹਾਂ, ਇੱਥੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਪ੍ਰਧਾਨ ਨੇ ਸਿਮਰਨਜੀਤ ਸਿੰਘ ਮਾਨ, ਉਹ ਵੀ ਚੋਣ ਅਖਾੜੇ ਦੇ ਵਿੱਚ ਨੇ। ਜਿਹੜੇ ਸਰਵੇਖਣ ਨੇ, ਸਰਵੇਖਣਾਂ ਦੇ ਵਿੱਚ ਉਹਨਾਂ ਦੀ ਜਿਹੜੀ ਇਸ ਵਾਰ ਪੋਜੀਸ਼ਨ ਆ ਬਹੁਤ ਤਕੜੀ ਦੱਸੀ ਜਾ ਰਹੀ ਆ। ਮਾਨ ਸਾਹਿਬ ਦੇ ਨਾਲ ਅੱਜ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਾਂਗੇ ਵਿਜ਼ਨ ਦੇ ਬਾਰੇ। ਪੰਜਾਬ ਨੂੰ ਲੈ ਕੇ ਕੀ ਵਿਜ਼ਨ ਆ, ਜੇ ਉਹ ਇਸ ਵਾਰ ਵਿਧਾਨ ਸਭਾ ਪਹੁੰਚਦੇ ਨੇ ਕੀ ਮੁੱਦੇ ਆ, ਕੀ ਲੋਕਾਂ ਦੀ ਆਵਾਜ਼ ਆ, ਜਾਂ ਕਿਹੜੀਆਂ ਗੱਲਾਂ ਉਹ ਵਿਧਾਨ ਸਭਾ ਦੇ ਵਿੱਚ ਉਠਾਉਣਗੇ। ਸਰਦਾਰ ਸਿਮਰਨਜੀਤ ਸਿੰਘ ਮਾਨ ਸਾਡੇ ਨਾਲ ਨੇ। ਸਰਦਾਰ ਸਾਹਿਬ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਾਨ ਸਾਹਿਬ, ਸਭ ਤੋਂ ਪਹਿਲਾ ਪ੍ਰਸ਼ਨ ਤਾਂ ਇਹੀ ਆ, ਜੇ ਤੁਸੀਂ ਇਸ ਵਾਰ ਵਿਧਾਨ ਸਭਾ ਜਾਂਦੇ ਹੋ, ਕੀ ਵਿਜ਼ਨ ਰਹਿਣ ਵਾਲਾ ਗਾ, ਕਿਹੜੀਆਂ ਗੱਲਾਂ ਗੀਆਂ ਜਿਹੜੀਆਂ ਚੱਕੋਗੇ? ਪਹਿਲੀ ਗੱਲ ਤਾਂ ਇਹ ਹੈ ਕਿ ਅਜੇ ਤੱਕ ਕੌਮ ਨੇ ਮੈਂਬਰ ਪਾਰਲੀਮੈਂਟ ਤਾਂ ਇੱਕ ਵਾਰੀ ਭੇਜਤਾ ਸੀ ਜੀ, ਪਰ ਅਸੈਂਬਲੀ ਦੇ ਵਿੱਚ ਕੋਈ ਮੈਂਬਰ ਨਹੀਂ ਭੇਜਿਆ ਜਿਹੜਾ ਪੁੱਛੇ ਹਕੂਮਤ ਨੂੰ ਤੇ ਕਮਿਸ਼ਨ ਬਣਾਵੇ ਕਿ ਬਲੂ ਸਟਾਰ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਿਵੇਂ ਹੋਇਆ, ਕਿਹਨਾਂ ਨੇ ਕਰਾਇਆ, ਕਿਹੜੇ ਦੋਸ਼ੀ ਹੈ, ਕਿੰਨੇ ਸ਼ਹੀਦ ਹੋਏ ਹੈ ਜੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਅਰਦਾਸ ਕਿੱਥੇ ਹੋਈ ਹੈ, ਭੋਗ ਕਿੱਥੇ ਪਿਆ, ਸੰਸਕਾਰ ਕਿੱਥੇ ਪਿਆ, ਇਹ ਸਾਰੀਆਂ ਚੀਜ਼ਾਂ ਅਜੇ ਤੱਕ ਲੁਕੀਆਂ ਛੁਪੀਆਂ ਹੈਗੀਆਂ ਜੀ। ਤੇ ਜੇ ਅਸੀਂ ਆਜ਼ਾਦੀ ਦੇ ਵਿੱਚ ਰਹਿ ਰਹੇ ਹਾਂ, ਸਾਨੂੰ ਸੰਗ ਨਹੀਂ ਆਉਣੀ ਚਾਹੀਦੀ ਜੀ ਕਿ ਆਪਣੇ ਵਿਰਸੇ ਨੂੰ ਅਸੈਂਬਲੀ ਦੇ ਵਿੱਚ ਲਿਆ ਕੇ ਤੇ ਇੱਕ ਕਮਿਸ਼ਨ ਕਾਇਮ ਕਰੀਏ ਕਿ ਜਿਹੜੇ ਸਿੰਘ ਸ਼ਹੀਦ ਹੋਏ ਹੈ ਉਹਨਾਂ ਦੀਆਂ ਪੈਨਸ਼ਨਾਂ, ਉਹਨਾਂ ਦੇ ਨਾਂ, ਜਿਹੜਾ ਮਿਊਜ਼ੀਅਮ ਸਾਡਾ ਬਣਿਆ ਹੈ ਜੀ, ਉਹਦੇ ਵਿੱਚ ਰੱਖੇ ਜਾਣ। ਫਿਰ ਪਾਣੀਆਂ ਦੀ ਗੱਲ ਹੋਊਗੀ, ਕਿਉਂ ਕਰਕੇ ਪਾਣੀ ਆਪਣੇ ਪੰਜਾਬ ਦੇ ਹੈ। ਇੰਟਰਨੈਸ਼ਨਲ ਰਿਪੇਰੀਅਨ ਲਾਅ ਤੇ ਕਨਸਟੀਟਿਊਸ਼ਨ ਦੇ ਮੁਤਾਬਕ ਜਿਹੜੇ ਸੂਬੇ ਦੇ ਵਿੱਚੋਂ ਨਦੀਆਂ ਤੇ ਦਰਿਆ ਵਹਿੰਦੇ ਹੈ, ਉਹ ਦਰਿਆ ਤੇ ਪਾਣੀ ਉਸੇ ਸੂਬੇ ਦੀ ਮਲਕੀਅਤ ਹੁੰਦੀ ਹੈ ਜਿਹਦੇ ਤੋਂ ਵਹਿੰਦੇ ਹੈ। ਇਹ ਸਾਡੇ ਚੀਫ ਮਿਨਿਸਟਰਾਂ ਨੇ ਸੈਂਟਰ ਨੂੰ ਹੱਕ ਦੇ ਦਿੱਤੇ ਹੈ। ਤੇ ਅੱਜ ਜਿਵੇਂ ਅਹਿਮਦ ਸ਼ਾਹ ਅਬਦਾਲੀ ਨੂੰ ਇਸ ਇਲਾਕੇ ਤੋਂ ਭਜਾਇਆ ਸੀਗਾ ਜੀ, ਸਾਡੇ ਹੱਕਾਂ ਤੇ
ਲੁੱਟਣ ਦੇ ਲਈ ਦਿੱਲੀ ਦਾ ਕੇਜਰੀਵਾਲ ਆਇਆ ਹੈ ਕਿ ਮੈਂ ਪਾਣੀ ਸਾਰੇ ਦਿੱਲੀ ਨੂੰ ਵੀ ਲੈ ਕੇ ਜਾਣੇ ਹੈ ਜੀ। ਸੋ ਇਹ ਬੜੇ ਗੰਭੀਰ ਮਸਲੇ ਹੈਗੇ। ਇੱਕ ਗਰੀਬੀ ਦਾ ਮਸਲਾ ਹੈ ਕਿ ਇੰਦਰਾ ਗਾਂਧੀ ਨੇ 50 ਸਾਲ ਹੋਏ ਕਿਹਾ ਸੀਗਾ ਕਿ ਰੋਟੀ ਕੱਪੜਾ ਮਕਾਨ ਦੇਊਂਗੀ ਜੀ। ਅੱਜ ਤੱਕ ਰੋਟੀ ਕੱਪੜਾ ਮਕਾਨ ਅਜੇ ਤੱਕ ਲੋਕਾਂ ਦੇ ਕੋਲੇ ਨਹੀਂ ਪਹੁੰਚਿਆ। ਜਿਹੜੇ ਆਪਣੇ ਗਰੀਬ ਆਦਮੀ ਹੈ ਘਰ ਹੈ, ਹੁਣ ਪਿੱਛੇ ਹਫਤੇ ਮੀਂਹ ਪਏ ਸੀਗੇ, ਉਹਨਾਂ ਦੀਆਂ ਛੱਤਾਂ ਚੌਂਦੀਆਂ ਸੀ, ਉਹਨਾਂ ਦੇ ਕੋਲੇ ਸਿਰਫ ਇੱਕ ਕਮਰਾ ਹੈ ਮਕਾਨ ਦਾ, ਉਹਦੇ ਵਿੱਚ ਆਪ ਰਿਹਾਇਸ਼ ਰੱਖਦੇ ਹੈ, ਉਹਨਾਂ ਦਾ ਪੁੱਤ ਤੇ ਨੂੰਹ ਵੀ ਉੱਥੇ ਰਿਹਾਇਸ਼ ਕਰਦੇ ਹੈ, ਜੇ ਜਵਾਈ ਤੇ ਧੀਆ ਜੇ ਉਹ ਵੀ ਉਸੇ ਕਮਰੇ 'ਚ, ਤੇ ਜੇ ਠੰਡ ਜ਼ਿਆਦਾ ਹੋ ਜੇ ਉਹਨਾਂ ਦੀ ਮੱਝ ਵੀ ਉੱਥੇ ਅੰਦਰ ਆਉਂਦੀ ਹੈ ਜੀ। ਇਹ ਜਿਹੜੀ ਚੀਜ਼ ਹੈ ਇਹ ਨਾ ਬਰਦਾਸ਼ਤਕੁਨ ਹੈ ਸਾਡੀ ਪਾਰਟੀ ਦੇ ਲਈ ਤੇ ਸਾਡੀ ਕੌਮ ਦੇ ਲਈ, ਕਿਉਂ ਕਰਕੇ ਸਰਬੱਤ ਦਾ ਭਲਾ ਸਾਨੂੰ ਸਿਖਾਇਆ ਗਿਆ ਹੈ ਜੀ ਕਿ ਸਾਰਿਆਂ ਦਾ ਸਰਬੱਤ ਦਾ ਭਲਾ ਹੋਊਗਾ ਜੀ। ਹੋਰ ਜਿਹੜਾ ਘੱਟ ਗਿਣਤੀਆਂ ਦੇ ਉੱਤੇ ਜ਼ੁਲਮ ਹੋ ਰਿਹਾ ਹੈ ਉਹਦੀ ਬਹੁਤ ਭਾਰੀ ਪੁੱਛਗਿੱਛ ਹੋਊਗੀ। ਜਿਵੇਂ ਹੁਣ ਬੀਬੀਆਂ ਨੂੰ ਕਰਨਾਟਕ ਸੂਬੇ ਦੇ ਵਿੱਚ ਹਿਜਾਬ ਪਰਦਾ ਨਹੀਂ ਰੱਖਣ ਦਿੰਦੇ ਮੁਸਲਮਾਨ ਬੀਬੀਆਂ ਨੂੰ ਜੀ। ਤੇ ਜਿਹੜਾ ਬੱਬਰੀ ਮਸਜਿਦ ਨੂੰ ਸ਼ਹੀਦ ਕੀਤਾ ਗਿਆ ਹੈ, ਜਿਵੇਂ ਦਰਬਾਰ ਸਾਹਿਬ ਨੂੰ ਕੀਤਾ ਗਿਆ ਹੈ, ਤੇ ਉਹਦੇ ਉੱਤੇ ਜਬਰਨ ਸੁਪਰੀਮ ਕੋਰਟ ਦਾ ਹੁਕਮ ਲੈ ਕੇ ਮੋਦੀ ਸਾਹਿਬ ਤੇ ਬੀਜੇਪੀ RSS ਨੇ ਆਪਣਾ ਮੰਦਰ ਬਣਾਤਾ ਹੈ। ਉਹ ਸਾਰਾ ਕਰਪਸ਼ਨ ਹੋਈ ਹੈ ਸੁਪਰੀਮ ਕੋਰਟ ਤੱਕ। ਇਸ ਨੂੰ ਆਪਾਂ ਨੇ ਸਾਰੀਆਂ ਚੀਜ਼ਾਂ ਨੂੰ ਦੂਰ ਕਰਨਾ ਹੈ ਜੀ। ਤੇ ਜਿਹੜੇ ਨਸ਼ੇ, ਅੱਜ ਮੈਨੂੰ ਰਿਪੋਰਟ ਆਈ ਹੈ ਕਿ ਕਿਹੜੇ ਪਿੰਡ ਦੇ ਵਿੱਚ ਬਡਰੁੱਖਾਂ ਦੇ ਵਿੱਚ 2 ਬੰਦਿਆਂ ਨੇ ਬਹੁਤ ਨਸ਼ੇ ਵੇਚੇ ਹੈ। ਇਹਨਾਂ ਨੂੰ ਆਪਾਂ ਨੇ ਫੜਨਾ ਹੈਗਾ ਤੇ ਅੰਦਰ ਦੇਣਾ ਹੈ ਜੀ। ਤੇ ਇਹਨਾਂ ਨੂੰ ਸਜ਼ਾ ਇਹੋ ਜਿਹੀ ਦੇਵਾਂਗੇ ਕਿ ਇਹ ਫਿਰ 5 ਸਾਲ ਬਾਹਰ ਨਹੀਂ ਨਿਕਲ ਸਕਦੇ। ਔਰ ਜੇ ਸਾਡੀ ਇੰਡੀਆ ਮੰਨੂਗੀ ਗੱਲ, ਇਹਨਾਂ ਨੂੰ 5 ਸਾਲ ਜੇਲ੍ਹ ਤੋਂ ਬਾਅਦ ਫੌਜ ਦੇ ਵਿੱਚ ਭੇਜਿਆ ਜਾਊਗਾ ਤੇ ਬਾਰਡਰ ਤੇ ਲੱਗਣਗੇ ਚੀਨ ਤੇ ਕਸ਼ਮੀਰ ਦੇ ਵਿੱਚ, ਤੇ ਸਾਰੀ ਉਮਰ ਵਾਪਸ ਨਹੀਂ ਆਉਣਗੇ। ਜਿਵੇਂ ਫ੍ਰੈਂਚ ਫੋਰਨ ਲੀਜਨ ਹੁੰਦੀ ਹੈ ਉਸ ਤਰ੍ਹਾਂ ਦੀ ਇਹਨਾਂ ਦੀ ਫੌਜ ਬਣਾਵਾਂਗੇ ਕਿ ਇਹ ਫੇਰ ਬਾਰਡਰਾਂ ਦੇ ਉੱਤੇ ਹੀ ਆਪਣੀ ਸਾਰੀ ਜ਼ਿੰਦਗੀ ਬਤੀਤ ਕਰਨਗੇ, ਘਰ ਨੂੰ ਨਹੀਂ ਆਉਣਗੇ। ਜਿਹੜੇ ਵੀ ਉਮਰ ਕੈਦ ਦੇ ਹੈਗੇ ਆ ਉਹਨਾਂ ਨੇ ਜੇ ਕੋਈ ਮਾਮੂਲੀ ਤਰ੍ਹਾਂ ਦਾ ਕਤਲ ਕੀਤਾ ਫਿਰ ਤਾਂ ਉਹਨਾਂ ਨੂੰ 20 ਸਾਲਾਂ ਬਾਅਦ ਜਾਂ 14 ਸਾਲਾਂ ਬਾਅਦ ਛੂਟ ਮਿਲ ਜੂਗੀ ਜੀ। ਪਰ ਜਿਹੜੇ ਡਰੱਗਸ ਤੇ ਇਹੋ ਜਿਹੇ ਕੰਮ ਵੇਚਦੇ ਆ ਉਹਨਾਂ ਦਾ ਘਰ ਵਾਪਸ ਆਉਣਾ ਮੁਸ਼ਕਲ ਹੋ ਜਾਊਗਾ। ਜੀ ਮਾਨ ਸਾਹਿਬ, ਮੈਂ ਮਾਫੀ ਚਾਹੂੰਗਾ, ਰੋਕਣਾ ਚਾਹੂੰਗਾ। ਇੱਕ ਮੈਂ ਤੁਹਾਡੀ ਸਪੀਚ ਸੁਣ ਰਿਹਾ ਸੀ ਜਿਸ ਦੇ ਵਿੱਚ ਤੁਸੀਂ ਕਿਹਾ ਸੀਗਾ ਵੀ ਮੇਰੀ ਕੌਮ ਮੇਰੇ ਨਾਲ ਨਹੀਂ ਖੜ ਰਹੀ, ਮੈਨੂੰ ਜਿਤਾ ਨਹੀਂ ਰਹੇ। ਉਹ ਜਿਹੜਾ ਬਿਆਨ ਆਇਆ ਸੀ, ਦਰਦ ਸੀਗਾ, ਦਰਦ ਛਲਕਿਆ ਕਿ ਵਾਕਿਆ ਦੇ ਵਿੱਚ ਤੁਸੀਂ ਲੋਕਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਹੋ ਵੀ ਹਜੇ ਵੀ ਜਾਗ ਜੋ, ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ? ਨਹੀਂ, ਮੈਂ ਤਾਂ ਸਰਸਰੀ ਕਿਹਾ ਸੀਗਾ ਕਿ ਨਹਿਰੂ ਨੂੰ, ਜਿਨੇ ਨੂੰ, ਇੰਦਰਾ ਗਾਂਧੀ ਨੂੰ, ਅਡਵਾਨੀ ਨੂੰ, ਮੋਦੀ ਨੂੰ, ਅਮਿਤ ਸ਼ਾਹ ਨੂੰ, ਉਹਨਾਂ ਦੀ ਕੌਮ ਨੇ ਕਦੇ ਹਰਾਇਆ ਨਹੀਂ ਹੈ। ਤੇ ਜੇ ਮੈਂ 40 ਸਾਲ ਸੇਵਾ ਕੀਤੀ ਹੈ ਜੀ, ਤਾਂ ਫਿਰ ਕੌਮ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਇਹ ਇੱਕ ਆਦਮੀ ਜਿਹਨੂੰ ਤੁਸੀਂ ਵੋਟ ਪਾਓਗੇ ਜੀ, ਜਿਨੇ ਤੁਹਾਡਾ ਇਤਿਹਾਸ, ਤੁਹਾਡੀ ਅਣਖ ਨੂੰ ਜੋੜ ਕੇ ਰੱਖਿਆ। ਅੱਜ ਵੀ ਸੰਤਾਂ ਦਾ ਜਨਮ ਦਿਨ ਉੱਥੇ ਅਸੀਂ ਰੱਖਿਆ ਜਿੱਥੇ 1762 ਦੇ ਵਿੱਚ 35,000 ਸਿੱਖਾਂ ਨੇ ਸ਼ਹੀਦੀ ਦਿੱਤੀ ਹੈ। ਤੇ ਅਹਿਮਦ ਸ਼ਾਹ ਨੂੰ, ਅਬਦਾਲੀ ਨੂੰ ਸਦਾ ਦੇ ਲਈ ਸਾਰੇ ਜਿਹੜੇ ਵੀ ਅਫਗਾਨਿਸਤਾਨ ਵੱਲੋਂ ਹਮਲਾਵਰ ਆਉਂਦੇ ਸੀ ਉਸ ਤੋਂ ਬਾਅਦ ਪੰਜਾਬ ਤੇ ਹਿੰਦੁਸਤਾਨ ਦੀ ਧਰਤੀ ਤੇ ਨਹੀਂ ਆਉਣ ਦਿੱਤਾ। ਸੋ ਮੇਰਾ ਮਤਲਬ ਕਹਿਣ ਦਾ ਹੈ ਕਿ ਜੇ ਸਾਨੂੰ ਲੋਕ ਅਪਣਾਉਣਗੇ, ਹਿੰਦੁਤਵਾ, ਮੇਰਾ ਅਖਬਾਰ ਟ੍ਰਿਬਿਊਨ, ਫਿਰ ਜਿਹੜੀ ਟੈਲੀਵਿਜ਼ਨ ਦਿੱਲੀ ਤੋਂ ਚੱਲਦੀ ਹੈ,
ਜਿਹੜੀ ਇੰਡੀਅਨ ਐਕਸਪ੍ਰੈਸ ਹੈ, ਹਿੰਦੁਸਤਾਨ ਟਾਈਮਜ਼ ਹੈ, ਟਾਈਮਜ਼ ਆਫ ਇੰਡੀਆ, ਪਾਇਨੀਅਰ ਹੈ ਜੀ, ਮੇਰਾ ਬਿਆਨ ਨਹੀਂ ਵਿੱਚ ਲਾਉਂਦੇ। ਪਤਾ ਨਹੀਂ ਉਹਨਾਂ ਨੇ ਕੀ ਸਹੁੰ ਚੱਕੀ ਹੋਈ ਹੈ ਕਿ ਜੋ ਕੁਛ ਅਸੀਂ ਕਹਿੰਦੇ ਹਾਂ, ਪਰ ਧੰਨ ਹੈ ਸਾਡੀ ਫੇਸਬੁੱਕ, ਉਹਦੇ ਉੱਤੇ ਸਾਰਾ ਪ੍ਰਕਾਸ਼ ਹੋਈ ਜਾਂਦਾ ਹੈਗਾ। ਹੁਣ ਫਰਜ਼ ਕਰ ਲਓ ਕਿ 5 ਜਨਵਰੀ ਨੂੰ ਮੋਦੀ ਸਾਹਿਬ ਫਿਰੋਜ਼ਪੁਰ ਆਏ ਸੀਗੇ ਜੀ, ਇਹਨਾਂ ਨੇ ਇਲਜ਼ਾਮ ਲਾਇਆ ਮੇਰੀ ਜਾਨ ਖਤਰੇ 'ਚ ਸੀਗੀ। ਪਰਸੋਂ ਹਿਮਾਚਲ ਦਾ ਜਿਹੜਾ ਚੀਫ ਮਿਨਿਸਟਰ ਹੈ ਉਹ ਪੰਜਾਬ 'ਚ ਕਹਿ ਕੇ ਗਿਆ ਹੈ ਕਿ ਪਿਛਲੀ ਦਫਾ ਜਦੋਂ ਪ੍ਰਾਈਮ ਮਿਨਿਸਟਰ ਸਾਹਿਬ ਫਿਰੋਜ਼ਪੁਰ ਆਏ ਸੀ ਉਹਨਾਂ ਦੀ ਜਾਨ ਖਤਰੇ 'ਚ ਪਾਤੀ ਸੀਗੀ। ਹੁਣ ਉਹਨਾਂ ਦੀ ਜਾਨ ਕਿਸ ਨੇ ਖਤਰੇ 'ਚ ਪਾਈ? ਸੈਂਟਰ ਨੇ ਉਹਨਾਂ ਨੂੰ ਫਿਰੋਜ਼ਪੁਰ ਆਉਣ ਦੇ ਲਈ ਜਿਹੜੇ ਹੈਲੀਕਾਪਟਰ ਸਾਰੇ ਮੌਸਮ 'ਚ ਚੱਲ ਸਕਦੇ ਹੈ, ਐਪਚੀ ਤੇ ਚਨੂਕ, ਉਹ ਕਿਉਂ ਨਹੀਂ ਦਿੱਤੇ? ਫਿਰ ਸੈਟੇਲਾਈਟ ਨੇ ਕਿਉਂ ਨਹੀਂ ਦੱਸਿਆ ਕਿ ਉਦੋਂ ਬਾਰਿਸ਼ ਪੈ ਰਹੀ ਹੈ, ਝੱਖੜ ਹੈ, ਤੇ ਇਹਨਾਂ ਨੂੰ ਇਹੋ ਜਿਹੇ ਹੈਲੀਕਾਪਟਰ ਦੇਣੇ ਪੈਣਗੇ ਜੇ ਬਠਿੰਡੇ ਤੋਂ ਫਿਰੋਜ਼ਪੁਰ ਜਾਂਦੇ ਹੈ। ਤੁਸੀਂ ਮੰਨਦੇ ਹੋ ਬੀਜੇਪੀ ਦਾ ਪੋਲੀਟੀਕਲ ਡਰਾਮਾ ਸੀ ਇੱਕ? ਮੈਂ ਸਰ ਸਾਹਿਬ ਕਦੇ ਡਰਾਮੇ ਦੀ ਗੱਲ ਨਹੀਂ ਕੀਤੀ, ਮੈਂ ਗੱਲ ਕਰਦਾ ਇਹ ਤੁਸੀਂ ਬੁੱਝਿਓ ਜੇ ਡਰਾਮਾ ਹੈਗਾ। ਇਹ ਮੈਨੂੰ ਨਹੀਂ ਪਤਾ ਡਰਾਮੇ ਦਾ। ਇਹ ਤੁਸੀਂ ਦੇਖ ਸਕਦੇ ਹੋ ਕਿ ਹੈਗਾ ਕਿ ਜਦੋਂ ਮੈਂ ਗੱਲ ਖਤਮ ਕਰਦਾ ਉਦੋਂ ਤੁਸੀਂ ਆਪ ਦਰਸ਼ਕਾਂ ਨੂੰ ਦੱਸਿਓ ਕਿ ਇਹ ਡਰਾਮੇ ਕਰਦੇ ਫਿਰਦੇ ਆ। ਜਿਹੜਾ ਮਾਨ ਸਾਹਿਬ ਇੱਕ ਇਹ ਪ੍ਰਚਾਰ ਚੱਲ ਰਿਹਾ ਹੈਗਾ ਵੀ ਜਿਵੇਂ ਸਰਵੇਜ਼ ਆ ਰਹੇ ਆ, ਬੜੇ ਚੈਨਲ ਦਿਖਾ ਰਹੇ ਆ, ਬੜੇ ਲੋਕ ਇਹ ਕਹਿ ਰਹੇ ਆ, ਜਾਂ ਖਾਸ ਕਰਕੇ ਉਹ ਪਾਰਟੀ ਵਾਲੇ ਕਹਿ ਰਹੇ ਆ ਵੀ ਇਸ ਵਾਰ ਝਾੜੂ ਅੱਗੇ ਚਲਾ ਜਾਣਾਗਾ, ਝਾੜੂ ਮਾਂਜ ਦੇਣਾਗਾ, ਸੀ ਝਾੜੂ ਨੇ ਹੁੰਜਾ ਫਿਰ ਜਿੱਤ ਕਰ ਦੇਣੀ ਆ, ਕਲੀਨ ਸਵੀਪ ਹੋ ਜਾਣਾ। ਉਹ ਪਾਰਟੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਤੁਹਾਡਾ ਕੀ ਕਮੈਂਟ ਆਮ ਆਦਮੀ ਪਾਰਟੀ? ਜੇ ਲੋਕਾਂ ਨੇ ਝਾੜੂ ਤੇ ਬੋਕਰ ਫੜ ਲਈ ਫਿਰ ਹੁੰਜਾ ਤਾਂ ਫੇਰ ਦੇਣਗੇ। ਪਰ ਗੁਰੂ ਸਾਹਿਬ ਨੇ ਸਾਨੂੰ ਕਿਰਪਾਨ ਦਿੱਤੀ ਹੈ ਜੀ, ਇਹ ਬਾਦਸ਼ਾਹੀ ਦੀ ਨਿਸ਼ਾਨੀ ਹੈ। ਇਹ ਲੋਕ ਸਮਝਣ ਕਿ ਤੁਸੀਂ ਰਾਜ ਕਰਨਾ ਹੈ, ਹੁੰਜਾ ਫੇਰਨਾ ਹੈ ਬੋਕਰ ਦੇ ਨਾਲ ਜਾਂ ਝਾੜੂ ਦੇ ਨਾਲ। ਇਹ ਤਾਂ ਲੋਕ ਡਿਸਾਈਡ ਕਰਨ। ਹੁਣ ਬੀਬੀ ਜੀ ਕੇਜਰੀਵਾਲ ਉਹਨਾਂ ਦੀ ਧੀ ਜੀ ਇੱਥੇ ਪੰਜਾਬ ਦੇ ਵਿੱਚ ਆਏ ਹੈ, ਉਹਨਾਂ ਨੇ ਕੀ ਕਰਨਾ? ਜਿਵੇਂ ਨਾਦਰ ਸ਼ਾਹ ਲੁੱਟ ਕਰਕੇ ਚਲੇ ਜਾਂਦਾ ਸੀਗਾ, ਜਿਵੇਂ ਅਹਿਮਦ ਸ਼ਾਹ ਅਬਦਾਲੀ ਲੁੱਟ ਕਰਕੇ ਜਾਂਦਾ ਹੈ ਜੀ, ਉਹ ਫਿਰ ਲੁੱਟ ਖਸੁੱਟ ਕਰਨ ਲਈ ਆਉਣਗੇ। ਉਹਨਾਂ ਦਾ ਕੀ ਦਿਲਚਸਪੀ ਹੈ ਪੰਜਾਬ ਦੇ ਵਿੱਚ? ਨਾ ਉਹਨਾਂ ਨੂੰ ਪੰਜਾਬੀ ਆਉਂਦੀ ਹੈ, ਨਾ ਉਹਨਾਂ ਨੂੰ ਕਿਸੇ ਚੀਜ਼ ਦਾ ਪਤਾ। ਹੁਣ ਫਰਜ਼ ਕਰ ਲਓ ਜਿੱਦਣ ਰਾਮ ਮੰਦਰ ਮਸੀਤ ਦੇ ਉੱਤੇ ਬਣਿਆ ਅਯੋਧਿਆ ਦੇ ਵਿੱਚ, ਕੇਜਰੀਵਾਲ ਸਾਹਿਬ ਸਪੈਸ਼ਲ ਗਏ ਹੈ ਰਾਮ ਮੰਦਰ ਦੇ ਵਿੱਚ ਮੱਥਾ ਟੇਕਣ ਤੇ ਉੱਥੇ ਦਰਸ਼ਨ ਕਰਨ। ਵਾਪਸ ਆ ਕੇ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਸ਼ਰਧਾਲੂ ਰਾਮ ਮੰਦਰ ਦੇ ਹੈ ਮੈਂ ਬੱਸਾਂ ਦੇ ਵਿੱਚ ਮੁਫਤ ਭੇਜੂਗਾ। ਉੱਥੇ ਸਿੱਖ ਵੀ ਰਹਿੰਦੇ ਆ। ਕਦੇ ਉਹਨਾਂ ਨੇ ਕਿਹਾ ਕਿ ਦਰਬਾਰ ਸਾਹਿਬ ਵੀ ਮੈਂ ਸਿੱਖਾਂ ਨੂੰ ਭੇਜਾਂਗੇ। ਉੱਥੇ ਮੁਸਲਮਾਨ ਵੀ ਰਹਿੰਦੇ ਆ, ਉਹਨਾਂ ਨੂੰ ਕਿਹਾ ਕਿ ਤੁਹਾਨੂੰ ਅਜਮੇਰ ਸ਼ਰੀਫ ਭੇਜੂਗਾ। ਮੇਰਾ ਮਤਲਬ ਹੈ ਕਿ ਜੇ ਹਿੰਦੂਤਵ ਨੂੰ ਲੈ ਕੇ ਆਉਣਾ ਤਾਂ ਦਰਵਾਜ਼ੇ ਖੁੱਲ੍ਹੇ ਹੈ, ਕੌਮ ਜ਼ਿੰਮੇਵਾਰ ਹੋਊਗੀ ਜਿਵੇਂ ਪਹਿਲਾਂ ਜ਼ਿੰਮੇਵਾਰ ਹੈ ਕਿ ਅਜੇ ਤੱਕ ਕਿਸੇ ਜੋ ਸਾਡੀ ਨਸਲਕੁਸ਼ੀ ਹੋਈ ਹੈ, ਜੋ ਸਾਡੀ ਬਰਬਾਦੀ ਹੋਈ ਹੈ, ਅਸੈਂਬਲੀ ਦੇ ਵਿੱਚ ਨਹੀਂ ਗੱਲ ਹੋਈ ਜੀ। ਜੇ ਹੁਣ ਵੀ ਅਸੈਂਬਲੀ ਨੇ ਉਹੋ ਜਿਹੇ ਬੰਦੇ ਭੇਜਣੇ ਆ, ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਹੈ, ਕਿਉਂ ਕਰਕੇ ਮੈਂ ਕੌਮ ਇੱਕ ਸੋਚ ਲਈ ਲੜ ਰਿਹਾ, ਮੈਂ ਆਪਣੇ ਲਈ ਨਹੀਂ ਲੜ ਰਿਹਾ। ਮੈਂ ਤਾਂ ਅਗਲੇ ਦਿਨ ਹਾਰ ਕੇ ਫੇਰ ਚਲੇ ਜਾਂਦਾ ਕੌਮ ਦੇ ਕੋਲੇ, ਕਿਉਂ ਕਰਕੇ ਜੇ ਮੈਂ ਆਪ ਹਾਰਾਂ ਤਾਂ ਮੈਂ ਮੰਜੇ 'ਚ ਪਵਾਂ। ਜਿਵੇਂ 6-6 ਮਹੀਨੇ ਦੂਜੇ ਨਹੀਂ ਉੱਠਦੇ ਜਦੋਂ ਹਾਰਦੇ ਹੈ, ਤੇ ਮੈਂ ਤਾਂ ਅਗਲੇ ਦਿਨ ਮੈਦਾਨ 'ਚ ਹੁੰਦਾ ਜੀ। ਮੇਰੀ ਹਾਰ ਤਾਂ ਹੈ ਨਹੀਂ। ਇਹ ਸੋਚ ਲਓ ਕਿ ਕਿਹਦੀ ਹਾਰ ਹੈ? ਕੌਮ ਦੀ ਹਾਰ ਹੈ ਕਿ ਕਿਹਦੀ ਹਾਰ ਹੈ? ਜੇ ਪੋਲੀਟੀਕਲ ਤੌਰ ਤੇ ਗੱਲ ਕਰਦੇ ਹਾਂ ਕਿ ਬੜਾ ਵੱਡਾ ਚਿਹਰਾ ਪੰਜਾਬ ਦੀ ਸਿਆਸਤ ਦਾ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦਾ ਬੀਜੇਪੀ ਦੇ ਨਾਲ ਰਲੇਵਾਂ ਕਰਨਾ, ਨਵੀਂ ਪਾਰਟੀ ਬਣਾਉਣਾ, ਪਾਰਟੀ ਦਾ ਨਾਲ ਰਲੇਵਾਂ ਹੋਣਾ, ਫਿਰ ਉਹਨਾਂ ਦੇ ਨਾਲ ਸੁਖਦੇਵ ਸਿੰਘ ਢੀਂਡਸਾ ਦਾ ਆਉਣਾ, ਜਿਹੜੀਆਂ 3 ਪਾਰਟੀਆਂ ਇਕੱਠੀਆਂ ਹੋਈਆਂ ਗਈਆਂ ਜਾਂ 2 ਪਾਰਟੀਆਂ ਬੀਜੇਪੀ ਦੇ ਨਾਲ ਇਕੱਠੀਆਂ ਹੋਈਆਂ, ਕਿਵੇਂ ਦੇਖਦੇ ਹੋ? ਤੇ ਬਾਦਲ ਦਲ ਵੀ ਵਿੱਚ ਹੀ ਹੈ। ਤਦੇ ਤਾਂ ਸਰਸੇ ਵਾਲੇ ਰਾਮ ਹਰੀਮ ਨੂੰ ਫਰਲੋ ਮਿਲੀ ਹੈ 2 ਹਫ਼ਤਿਆਂ ਦੀ ਕਿ ਬਾਦਲ ਦੇ ਹੱਕ ਦੇ ਵਿੱਚ ਵੋਟਾਂ ਪਾਏ ਤੇ ਬਾਦਲ ਤੇ ਬੀਜੇਪੀ ਕੈਪਟਨ ਸਾਹਿਬ ਸਾਰੇ ਰਲ ਕੇ ਸਰਕਾਰ ਬਣਾਉਣ। ਜਿਹੜਾ ਇਹ ਕਹਿੰਦੇ 9 ਮਾਸ ਦਾ ਰਿਸ਼ਤਾ ਅੱਡ ਹੋ ਗਿਆ, ਨਹੀਂ ਅਲੱਗ ਹੋਇਆ?
ਕਿਹੜੀ 9 ਮਾਸ ਦਾ? ਇਹ ਕਹਿੰਦੇ ਆ ਵੀ ਬੀਜੇਪੀ ਤੇ ਅਕਾਲੀਆਂ ਦਾ 9 ਮਾਸ ਦਾ ਰਿਸ਼ਤਾ ਸੀ, ਪਰ ਅਲੱਗ ਕਰ ਲਿਆ ਕਿਸਾਨੀ ਅੰਦੋਲਨ 'ਚ, ਅਸਤੀਫਾ ਦਿੱਤਾ ਹਰਸਿਮਰਤ ਬਾਦਲ ਨੇ। ਇਹ ਤਾਂ ਹਿੰਦੂ ਸਿੱਖ ਦੀ ਗੱਲ ਬਣਾਈ ਹੋਈ ਹੈ 9 ਮਾਸ ਦੀ। ਹਾਂ, ਪਰ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ ਅਸੀਂ ਹਿੰਦੂ ਹਾਂ ਨਾ ਮੁਸਲਮਾਨ। ਫਿਰ ਇਹ 9 ਮਾਸ ਦੀ ਤਾਂ ਗੱਲ ਕੌਮ ਨੇ ਡਰਦਿਆਂ ਨੇ ਕੀਤੀ ਹੋਈ ਹੈ, ਆਪ ਬਣਾ ਲਈ ਹੈ, ਜਦ ਕਿ ਇਹਦੇ 'ਚ ਸੱਚਾਈ ਨਹੀਂ। ਗੁਰੂ ਨਾਨਕ ਸਾਹਿਬ ਤਾਂ ਕਹਿੰਦੇ ਨਾ ਅਸੀਂ ਹਿੰਦੂ ਹਾਂ ਨਾ ਮੁਸਲਮਾਨ। ਜੀ। ਸੋ 9 ਮਾਸ ਦਾ ਰਿਸ਼ਤਾ ਹਿੰਦੂ ਤੇ ਸਿੱਖ ਦੇ ਵਿੱਚ ਕਿਵੇਂ ਹੋ ਸਕਦਾ ਹੈਗਾ? ਜੀ। ਜਦੋਂ ਗੁਰੂ ਨਾਨਕ ਸਾਹਿਬ ਨੇ ਸਾਲ ਸਾਹਿਬ ਤੋੜਤਾ ਤੇ ਫਿਰ ਉਹ ਤਾਂ ਸਦਾ ਲਈ ਟੁੱਟਿਆ ਹੋਇਆ। ਉਹ ਚੰਗੇ ਬੰਦੇ ਆ, ਅਸੀਂ ਇੱਜ਼ਤ ਕਰਦੇ ਆ, ਹੁਕੂਮਤ ਕਰਦੇ ਆ। ਜਦੋਂ ਚੰਗੀ ਗੱਲ ਕਰਦੇ ਆ ਅਸੀਂ ਚੰਗਾ ਕਹਿ ਦਿੰਦੇ ਆ, ਜਦੋਂ ਮਾੜੀ ਗੱਲ ਕਰਦੇ ਆ ਤੇ ਫਿਰ ਅਸੀਂ ਦੱਬ ਕੇ ਉਹਨਾਂ ਦੇ ਖਿਲਾਫ ਲੜਦੇ ਆ ਜੀ, ਘੁਲਦੇ ਆ ਤੇ ਆਪਣੀ ਹੋਂਦ ਨੂੰ ਕਦੇ ਨਹੀਂ ਗਾਉਂਦੇ ਜੀ। ਜਿਹੜੀ ਚੰਨੀ ਸਾਹਿਬ ਦੀ ਸਰਕਾਰ ਰਹੀ 111 ਦਿਨਾਂ ਦੀ, ਉਹ ਕਹਿੰਦੇ ਵੀ ਕੰਮ ਹੀ ਬੜੇ ਕਰਤੇ, ਤੁਸੀਂ ਉਹਨੂੰ ਕਿਵੇਂ ਦੇਖਦੇ ਹੋ? ਤੁਸੀਂ ਕਿਵੇਂ ਐਨਾਲਾਈਜ਼ ਕੀਤਾ, ਕੀ ਸਿੱਟਾ ਕੱਢਿਆ ਹੈਗਾ? ਜਿਹੜਾ ਕੈਪਟਨ ਸਾਹਿਬ ਨੇ ਪਹਿਲਾਂ ਵਾਅਦਾ ਕੀਤਾ ਸੀ ਪਬਲਿਕ ਨੂੰ ਗੁਟਕਾ ਸਾਹਿਬ ਦੀ ਸਹੁੰ ਚੱਕ ਕੇ ਕਿ ਜਿਹੜੇ ਵੀ ਬਰਗਾੜੀ ਦੇ ਦੋਸ਼ੀ ਹੈਗੇ ਆ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਉਹਨਾਂ ਨੂੰ ਫੜ ਕੇ ਅੰਦਰ ਦਵਾਂਗੇ ਜੀ। ਤੇ ਜਿਹੜੇ ਡਰੱਗ ਤੇ ਮਾਫੀਆ ਤੇ ਇਹ ਚਿੱਟਾ ਤੇ ਹੈਰੋਇਨ ਵੇਚਦੇ ਆ ਜੀ, ਉਹਨਾਂ ਨੂੰ ਵੀ ਫੜਾਂਗੇ। ਉਹ ਤਾਂ ਮਜੀਠੀਆ ਸਾਹਿਬ ਨੂੰ ਤਾਂ ਲਿਆ ਫੜ, ਪਰ ਬਾਕੀਆਂ ਦੇ ਨੂੰ ਨਹੀਂ ਫੜਿਆ। ਪਰ ਉਹਨਾਂ ਦੀ ਪੇਸ਼ ਹਾਈ ਕੋਰਟ ਨੇ ਨਹੀਂ ਚੱਲਣ ਦਿੱਤੀ ਜੀ। ਜਿਹੜੇ ਜੱਜ ਸਰਾਵਤ ਸਾਹਿਬ ਹੈ, ਸਾਗਵਾਨ ਸਾਹਿਬ ਹੈ, ਬਜਾਜ ਸਾਹਿਬ ਹੈ, ਉਹ ਜਿਹੜੀ ਪੁਲਿਸ ਦੀ ਤਫਤੀਸ਼ ਹੋ ਰਹੀ ਸੀ ਉਹ ਰੱਦ ਕਰਤੀ ਹੈ। ਜਿਹੜਾ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਹੈ ਜੀ, ਤੇ ਬਲਾਤਕਾਰ ਤੇ ਜਬਰ ਜਨਾਹ ਤੇ ਆ ਜਿਹੜਾ ਚਿੱਟਾ ਤੇ ਹੋਰ ਇਹ ਜਿਹੜੀਆਂ ਗੋਲੀਆਂ ਤੇ ਟੀਕੇ ਹੈਗੇ ਆ ਜੀ, ਇਹਦੇ ਵਿੱਚ ਸੁਪਰੀਮ ਕੋਰਟ ਨੇ ਵੀ ਉਹਨਾਂ ਨੂੰ ਰਿਹਾ ਕੀਤਾ, ਬੇਲ ਦੇਤੀ ਹੈ। ਤੇ ਇਹ ਤਾਂ ਤੁਸੀਂ ਹੁਣ ਸੁਪਰੀਮ ਕੋਰਟ ਨੂੰ ਪੁੱਛੋ ਕਿ ਹੁਣ ਲੋਕ ਜਬਰ ਜਨਾਹ ਕਰ ਦੇਣ ਖੁੱਲ੍ਹੇ ਤੌਰ ਦੇ ਉੱਤੇ ਤੇ ਸਾਰੇ ਦਵਾਈਆਂ ਤੇ ਗੋਲੀਆਂ ਵੇਚੀ ਜਾਣ। ਫਿਰ ਕਾਨੂੰਨ ਕਹਿੰਦਾ ਆਰਟੀਕਲ 14 ਕਿ ਕਾਨੂੰਨ ਦੇ ਅੱਗੇ ਸਾਰੇ ਬਰਾਬਰ ਹੈ। ਫਿਰ ਇਹਦਾ ਮਤਲਬ ਹੈ ਜੇ ਬਲਾਤਕਾਰੀਆਂ ਨੂੰ ਤੇ ਡਰੱਗ ਵਾਲਿਆਂ ਨੂੰ ਉਹਨਾਂ ਨੇ ਬੇਲ ਦਿੱਤੀ ਹੈ ਤਾਂ ਫਿਰ ਸਾਰੇ ਜਿਹੜੇ ਬਲਾਤਕਾਰੀ ਜੇਲ੍ਹ 'ਚ ਹੈ, ਜਿਹੜੇ ਭੰਗੀ ਪੋਸਤੀ ਹੈ, ਜਿਹੜੇ ਡਰੱਗ ਵੇਚਦੇ ਹੈ, ਸਾਰਿਆਂ ਨੂੰ ਬੇਲ ਨਹੀਂ ਦੇਣੀ ਚਾਹੀਦੀ। ਇਹ ਤਾਂ ਸੁਪਰੀਮ ਕੋਰਟ ਤੋਂ ਪੁੱਛੋ। ਇਹ ਤਾਂ ਵਾਜਬ ਕੁਐਸਚਨ ਹੈ ਕਿ ਜੇ ਸਾਰਿਆਂ ਲਈ ਕਾਨੂੰਨ ਇੱਕੋ ਹੈ ਫਿਰ ਤਾਂ ਸਾਰੇ ਬਲਾਤਕਾਰੀਆਂ ਨੂੰ ਕੱਢ ਦੇਣਾ ਚਾਹੀਦਾ ਤੇ ਇਹ ਸਾਰੇ ਡਰੱਗ ਮਾਫੀਆ ਨੂੰ ਬਾਹਰ ਕੱਢ ਦੇਣਾ ਚਾਹੀਦਾ। ਜੇ ਮੈਂ ਇੱਕ ਕੁਐਸਚਨ ਪੁੱਛਾਂ ਹੁਣ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਕਹਿੰਦੀ ਵੀ ਸਾਡਾ ਚਿਹਰਾ ਹੋਣਗੇ, ਜੇ ਸਾਡੀ ਸਰਕਾਰ ਬਣਦੀ ਆ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਭਗਵੰਤ ਸਿੰਘ ਮਾਨ, ਤੁਸੀਂ ਕਿਵੇਂ ਦੇਖਦੇ ਹੋ? ਹੁਣ ਸਾਧ ਸਾਹਿਬ ਤੁਸੀਂ ਦੱਸੋ ਖੋਤੇ ਤੇ ਘੋੜੇ 'ਚ ਕੀ ਫਰਕ ਹੁੰਦਾ? ਮੈਂ ਤਾਂ ਨਹੀਂ ਕੁਛ ਕਿਹਾ ਜੀ, ਇਹ ਲੋਕ ਫੈਸਲਾ ਕਰ ਲੈਣ। ਨਵਜੋਤ ਸਿੰਘ ਸਿੱਧੂ ਬਾਰੇ ਦੇਖੋ, ਕਾਂਗਰਸ ਨੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਕੀਤੇ ਹੈ ਤੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਹੈ ਤੇ ਪ੍ਰਾਈਮ ਮਿਨਿਸਟਰ ਮੋਦੀ ਨੇ 4-5 ਦਿਨ ਹੋਏ ਹੈ ਪਾਰਲੀਮੈਂਟ 'ਚ ਕਿਹਾ ਕਿ ਸਿੱਖਾਂ ਦਾ ਕਤਲੇਆਮ ਹੋਇਆ। ਜਿਹੜਾ ਪ੍ਰਾਈਮ ਮਿਨਿਸਟਰ ਕਹਿ ਰਿਹਾ ਕਿ ਸਿੱਖਾਂ ਦਾ ਕਤਲੇਆਮ ਹੋ ਰਿਹਾ ਹੈ ਜੀ, ਫਿਰ ਅੱਗੇ ਪ੍ਰਾਈਮ ਮਿਨਿਸਟਰ ਨੇ ਕੀ ਸਟੈਪ ਚੱਕੀ ਹੈ? ਕਿਸੇ ਨੂੰ ਅਰੈਸਟ ਕੀਤਾ ਹੈ, ਕਿਸੇ ਲੀਡਰ ਨੂੰ, ਕਿਸੇ ਨੂੰ ਕੁਛ। ਅਮਿਤਾਭ ਬੱਚਨ ਦੇ ਏਡੇ ਏਡੇ ਵੱਡੇ ਪੋਸਟਰ ਲੱਗੇ ਹੁੰਦੇ ਹੈ ਸ਼ਹਿਰਾਂ 'ਚ, ਇਹੋ ਜਿਹੇ ਬੰਦੇ ਫੜੇ ਹੈ ਕਿ ਨਹੀਂ? ਅਸੀਂ ਤਾਂ ਮੋਦੀ ਸਾਹਿਬ ਨੂੰ ਪੁੱਛਦੇ ਹਾਂ ਕਿ ਕਿਉਂ ਨਹੀਂ ਫੜੇ ਜੇ ਤੁਸੀਂ ਕਹਿੰਦੇ ਹੋ ਸਿੱਖਾਂ ਦਾ ਕਤਲੇਆਮ ਹੋਇਆ। ਇਦੋਂ ਪਹਿਲਾਂ ਰਾਜਨਾਥ ਸਿੰਘ ਜਦੋਂ ਗ੍ਰਹਿ ਵਜ਼ੀਰ ਸੀਗੇ ਉਹਨਾਂ ਨੇ ਕਿਹਾ ਸੀਗਾ ਕਿ ਸਿੱਖਾਂ ਦੀ ਨਸਲਕੁਸ਼ੀ ਹੋਈ ਹੈ, ਜੈਨੋਸਾਈਡ ਹੋਈ ਹੈ। ਫਿਰ ਇਹਦਾ ਮਤਲਬ ਹੈ ਕਿ ਜੇ ਕਤਲੇਆਮ ਤੇ ਜੈਨੋਸਾਈਡ ਹੋਈ ਹੈ, ਅਜੇ ਤੱਕ ਇੰਡੀਆ ਨੇ ਕੀ ਸਟੈਪਸ ਲਏ ਹੈ? ਪਰ ਕਈ ਜਿਹੜੇ ਸੂਬੇ ਯੂਨਾਈਟਿਡ ਸਟੇਟਸ ਦੇ, ਅਮਰੀਕਾ ਦੇ, ਉਹਨਾਂ ਨੇ ਆਪਣੀਆਂ ਅਸੈਂਬਲੀਆਂ ਦੇ ਵਿੱਚ ਮਤੇ ਪਾਸ ਕਰਤੇ ਹੈ ਕਿ ਸਿੱਖਾਂ ਦੀ ਜੈਨੋਸਾਈਡ ਹੋਈ ਹੈ
ਤੇ ਨਸਲਕੁਸ਼ੀ ਹੋਈ ਹੈ। ਜੀ ਮਾਨ ਸਾਹਿਬ, ਇੱਕ ਹੋਰ ਜਾਂਦੇ ਜਾਂਦੇ ਮੈਂ ਇੱਕ ਹੋਰ ਸਵਾਲ ਲੂੰਗਾ। ਜਿਹੜੀ ਰਾਜਨੀਤੀ ਦੇ ਵਿੱਚ ਅੱਜ ਕੱਲ ਬਿਆਨਬਾਜ਼ੀ ਚੱਲ ਪਈ ਹੈ, ਖਾਸ ਕਰਕੇ ਸਟੇਜਾਂ ਦੇ ਉੱਤੋਂ, ਜਿਹੜੀ ਭਾਸ਼ਾ ਦਾ ਮਿਆਰ ਡਿੱਗਿਆ ਗਾ, ਕੋਈ ਕਹਿੰਦਾਗਾ ਮੈਂ ਤੈਨੂੰ ਚੱਕ ਦੂੰ, ਕੋਈ ਕਹਿੰਦਾ ਮੈਂ ਤੈਨੂੰ ਠੋਕ ਦੂੰਗਾ, ਰਿਸ਼ਤੇਦਾਰਾਂ ਦੇ ਨਾਮ ਲੈ ਕੇ ਜਿਹੜਾ ਬੋਲਿਆ ਜਾਂਦਾ, ਸੰਬੋਧਿਤ ਕੀਤਾ ਜਾਂਦਾਗਾ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਹੋ ਜਿਹੀ ਰਾਜਨੀਤੀ ਆ? ਇਹ ਫੋਕੀ ਬੋਲਦੇ ਆ ਜੀ। ਹੁਣ ਮੇਰੇ ਕੋਲ ਤਾਂ ਕੋਈ ਰੱਖਿਆ ਰੁੱਖਿਆ ਤਾਂ ਹੈ ਨਹੀਂ। ਮੈਨੂੰ ਠੋਕ ਲੈਣ, ਦੇਖ ਲੈਣ, ਜੇ ਮਾਨ ਨੂੰ ਠੋਕਣਾ ਤਾਂ ਠੋਕ ਸਕਦੇ ਆ। ਪਰ ਇਹ ਫੋਕੇ ਐਵੇਂ ਦਾਬੇ ਮਾਰੀ ਜਾਣੇ ਤੇ ਲੋਕਾਂ ਦੀ ਪਿੱਦੜ ਪੈਂਬ ਲਈ ਜਾਣੀ। ਉਹ ਕਹਿੰਦੇ ਆ ਕਿ ਸਾਨੂੰ ਜ਼ੈਡ ਸਕੋਰੀ ਚਾਹੀਦੀ ਹੈ। ਸਾਰੇ ਤਾਂ ਸਿਕਿਉਰਿਟੀਆਂ ਥੱਲੇ ਹੈਗੇ ਆ। ਐਡੀ ਡਰਪੋਕ ਇਹ ਸਿਆਸੀ ਜਮਾਤ ਮੈਂ ਕਦੇ ਦੁਨੀਆ 'ਚ ਨਹੀਂ ਦੇਖੀ। ਪ੍ਰਾਈਮ ਮਿਨਿਸਟਰ ਬਰਤਾਨੀਆ ਦਾ ਘਰ ਖੁੱਲ੍ਹਾ ਹੈ ਜੀ, ਤੁਸੀਂ ਦੇਖਦੇ ਹੋ ਫੋਟੋਆਂ, ਖੁੱਲ੍ਹਾ, ਕੱਲੀ ਕਾਰ 'ਚ ਜਾਂਦਾ ਹੈ। ਮੇਰਾ ਮਤਲਬ ਇੱਥੇ ਇੰਨੇ ਡਰ ਕਿਉਂ ਗਏ ਆ ਲੋਕ, ਇੰਨੇ ਬੁਜ਼ਦਿਲ ਕਿਉਂ ਹੈ? ਤੇ ਫਿਰ ਇੰਨੇ ਬੁਜ਼ਦਿਲ ਆਦਮੀ ਅਸੈਂਬਲੀ ਪਾਰਲੀਮੈਂਟ ਦੇ ਵਿੱਚ ਤੁਹਾਡੀ ਕੀ ਸੇਵਾ ਕਰਨਗੇ? ਉੱਥੇ ਤਾਂ ਤੁਹਾਨੂੰ ਇਹਨਾਂ ਦੇ ਲਈ ਲੈਟਰੀਨਸ ਲੈ ਕੇ ਜਾਣੀਆਂ ਪੈਣੀਆਂ ਕਿ ਡਰ ਦੇ ਨਾਲ ਕਿਤੇ ਕਸ਼ਹਿਰਾ ਹੀ ਨਾ ਗੰਦਾ ਹੋ ਜੇ। ਤੇ ਧੋਬੀਆਂ ਦਾ ਵੀ ਘਾਟ ਉੱਥੇ ਖੋਲ੍ਹ ਲਓ ਅਸੈਂਬਲੀ 'ਚ, ਜੇ ਇਹੋ ਜਿਹੇ ਬੰਦੇ ਭੇਜਦੇ ਹੈ ਕਿ ਇਹਨਾਂ ਦੇ ਕਸ਼ਹਿਰੇ ਪੰਜਾਬੇ ਪੈਂਟਾਂ ਪੁੰਟਾਂ ਸਾਫ਼ ਕਰਦੇ ਰਹਿਣ, ਜੇ ਇੰਨਾ ਡਰ ਹੋ ਗਿਆ। ਜੀ ਇੱਕ ਜਦੋਂ ਆਪਾਂ ਬਗਰਾੜੀ, ਤੁਹਾਡੇ ਯਾਦ ਹੋਣਾ, ਮੈਂ ਤੁਹਾਡਾ ਇੰਟਰਵਿਊ ਕੀਤਾ ਸੀਗਾ, ਮੈਂ ਤੁਹਾਨੂੰ ਸਵਾਲ ਕੀਤਾ ਸੀ ਤੇ ਤੁਸੀਂ ਬੜਾ ਹੱਸ ਪਏ ਸੀ। ਖਾਸ ਕਰਕੇ ਉਸ ਤੋਂ ਬਾਅਦ ਬੜੇ ਪੱਤਰਕਾਰ ਤੁਹਾਨੂੰ ਸਵਾਲ ਕਰਨ ਲੱਗੇ ਡਾਲਰਾਂ ਨੂੰ ਲੈ ਕੇ। ਜਿਹੜੀ ਹੁਣ ਚੋਣ ਪ੍ਰਚਾਰ ਆ, ਇਹ ਕਿਵੇਂ ਚੱਲ ਰਿਹਾ ਹੈਗਾ? ਤੁਸੀਂ ਸਿਕਿਉਰਿਟੀ ਤੋਂ ਵੀ ਮੈਂ ਸੁਣਿਆ ਮਨਾ ਕਰ ਦਿੱਤਾ ਸੀਗਾ ਵੀ ਚੋਣ ਕਮਿਸ਼ਨ ਨੂੰ ਵੀ ਮੈਂ ਸਿਕਿਉਰਿਟੀ ਨਹੀਂ ਲੈਣੀ। ਹੁਣ ਪ੍ਰਚਾਰ ਵਧੀਆ ਚੱਲ ਰਿਹਾ ਹੈ। ਨਾਲੇ ਤੁਸੀਂ ਆਪ ਕਿਹਾ ਕਿ ਤੁਸੀਂ ਅੱਗੇ ਹੈਗੇ ਹੋ। ਜੀ ਬਿਲਕੁਲ। ਪਹਿਲਾਂ ਨਾਲੋਂ ਕੁਝ ਫਰਕ ਲੱਗ ਰਿਹਾ ਇਸ ਵਾਰ ਚੋਣ ਦੇ ਵਿੱਚ? ਇਹ ਤੁਸੀਂ ਦੱਸ ਸਕਦੇ ਹੋ ਜੀ, ਮੈਂ ਨਹੀਂ ਦੱਸ ਸਕਦਾ ਹੈਗਾ, ਕਿਉਂ ਕਰਕੇ ਤੁਸੀਂ ਜਰਨਲਿਸਟ ਹੋ। ਇਹ ਡਿਊਟੀ ਤੁਹਾਡੀ ਹੈ। ਚੰਗਾ ਕਹੋਗੇ, ਮਾੜਾ ਕਹੋਗੇ, ਤੁਸੀਂ ਕੁਝ ਵੀ ਕਹਿ ਸਕਦੇ ਹੋ, ਪਰ ਮੈਂ ਨਹੀਂ ਕਹਿ ਸਕਦਾ, ਕਿਉਂ ਕਰਕੇ ਮੈਂ ਮੈਦਾਨ ਦੇ ਵਿੱਚ ਹੈ। ਇਹ ਤਾਂ ਲੋਕ 10 ਤਰੀਕ ਨੂੰ ਦੱਸਣਗੇ। ਜੇ ਇੰਡੀਆ ਦੀਆਂ EVM ਮਸ਼ੀਨਾਂ ਠੀਕ ਚੱਲੀਆਂ ਫਿਰ ਫਾਇਦਾ ਹੋਊਗਾ। ਜੇ ਅਸੀਂ ਤਦੇ ਕਹਿ ਰਹੇ ਹਾਂ ਕਿ ਇੰਟਰਨੈਸ਼ਨਲ ਆਬਜ਼ਰਵਰਸ ਇੱਥੇ ਯੂਪੀ ਤੇ ਪੰਜਾਬ ਦੇ ਵਿੱਚ ਆਉਣ, ਕਿਉਂ ਕਰਕੇ ਸਾਨੂੰ ਸ਼ੱਕ ਹੈ ਕਿ ਯੂਪੀ ਦੇ ਵਿੱਚ ਮੁਸਲਮਾਨਾਂ ਦੀਆਂ ਵੋਟਾਂ ਨਹੀਂ ਗਿਣੀਆਂ ਜਾਣੀਆਂ, ਇੱਥੇ ਸਿੱਖਾਂ ਦੀਆਂ ਵੋਟਾਂ ਨੂੰ ਪਲਟਾਉਣਗੇ। ਬਾਦਲ, ਕਾਂਗਰਸ, BJP ਤੇ ਆਮ ਆਦਮੀ ਪਾਰਟੀ ਦੇ ਹਿੱਤ ਦੇ ਵਿੱਚ ਸਾਨੂੰ ਖਤਰਾ ਹੈ। ਜੇ ਇੰਟਰਨੈਸ਼ਨਲ ਆਬਜ਼ਰਵਰਸ ਨਹੀਂ ਆਉਂਦੇ ਤੇ EVM ਮਸ਼ੀਨਾਂ ਦੇ ਉੱਤੇ ਨਿਗਰਾਨੀ ਇਹਨਾਂ ਦੀ ਨਹੀਂ ਰਹਿੰਦੀ, ਫਿਰ ਰਿਜ਼ਲਟ ਟੇਢੇ ਟੁੱਡੇ ਹੋ ਸਕਦੇ ਆ। ਜੀ ਮੇਰਾ ਲਾਸਟ ਪ੍ਰਸ਼ਨ ਹੈ ਜੀ, ਜਿਹੜਾ ਵਿਰੋਧੀ ਕਹਿ ਦਿੰਦੇ ਆ ਵੀ ਮਾਨ ਸਾਹਿਬ ਆਪਣੇ ਉਮੀਦਵਾਰਾਂ ਨੂੰ ਤਾਂ ਖੜੇ ਕਰਦੇ ਆ ਵੀ ਬਾਹਰੋਂ ਪੈਸਾ ਪੂਸਾ ਇਕੱਠਾ ਕਰ ਲੈਂਦੇ ਆ, ਉਹ ਵਿਰੋਧੀਆਂ ਨੂੰ ਕੀ ਜਵਾਬ ਦਿਓਗੇ? ਦੇਖੋ, ਜਿਹੜਾ ਪੈਸਾ ਆਉਂਦਾ ਨਾ, ਮੇਰੇ ਘਰੇ ਜਿਹੜਾ ਤੂੜੀ ਵਾਲਾ ਅੰਦਰ ਹੈ ਜੀ, ਉਹਦੇ ਵਿੱਚੋਂ ਮੈਂ ਡੰਗਰ ਵੀ ਬਾਹਰ ਕੱਢਤੇ ਹੈ। ਤੇ ਤੂੜੀ ਵਾਲੇ ਕਮਰੇ ਦੇ ਵਿੱਚ ਜਗ੍ਹਾ ਹੀ ਨਹੀਂ ਰਹੀ ਡਾਲਰ ਰੱਖਣ ਦੀ। ਜਿਹੜੀਆਂ ਖੁਰਲੀਆਂ ਸੀ ਨਾ ਜੀ, ਉਹ ਵੀ ਖਾਲੀ ਕੀਤੀਆਂ ਪਈਆਂ। ਤੇ ਜਿਹੜੇ ਮੇਰੇ ਡੰਗਰ ਹੈ ਬਾਹਰ ਚਰਦੇ ਆ ਵਿਚਾਰੇ ਠੰਡ 'ਚ ਜੀ, ਉੱਥੇ ਜਾ ਕੇ ਲੈ ਲਓ ਜਿੰਨਾ ਮਿਲਦਾ ਤੁਹਾਨੂੰ। ਇਹ ਮੋਦੀ ਸਾਹਿਬ ਨੂੰ ਸ਼ੌਕ ਹੈ, ਦੂਜਿਆਂ ਨੂੰ ਸ਼ੌਕ ਹੈ। ਉੱਥੇ ਭਰਿਆ ਪਿਆ ਮੇਰਾ ਤੂੜੀ ਵਾਲਾ ਅੰਦਰ। ਪੰਜਾਬ ਦੇ ਵਿੱਚੋਂ ਕਿਹੜੇ ਲੀਡਰ ਨੂੰ ਸ਼ੌਕ ਆ ਜ਼ਿਆਦਾ? ਇਹ ਨਹੀਂ ਮੈਂ ਦੱਸਦਾ, ਹੁਣ ਸਾਰਿਆਂ ਨੂੰ ਤੁਹਾਨੂੰ ਪਤਾ ਸਭ ਕੁਝ ਹੈ, ਤੁਸੀਂ ਦੱਸਦੇ ਘੱਟ ਹੋ। ਨਹੀਂ, ਫਿਰ ਹੁਣ ਜਿੰਨੀਆਂ ਵੀ ਤੁਹਾਡੀ ਚੈਨਲ ਤਾਂ ਬਹੁਤ ਅੱਛੀ ਹੈ, ਪਰ ਸਾਰੀਆਂ ਚੈਨਲਾਂ ਨੂੰ ਇਹਨਾਂ ਨੇ ਪੈਸੇ ਦਿੱਤੇ ਹੋਏ ਹੈ, ਸਾਰੀਆਂ ਅਖਬਾਰਾਂ ਨੂੰ ਪੈਸੇ ਦਿੱਤੇ ਹੋਏ ਹੈ। ਉਹਦਾ ਤੁਹਾਨੂੰ ਵੀ ਪਤਾ ਜਿਹੜਾ ਤੁਸੀਂ ਨਹੀਂ ਦੱਸਦੇ। ਅਸੀਂ ਤਾਂ ਇੱਕ ਤੋਂ ਨਹੀਂ ਲੈਤੇ, ਕਿਸੇ ਤੋਂ ਵੀ ਨਹੀਂ ਲੈਤੇ। ਮੈਂ ਤੁਹਾਡਾ ਨਹੀਂ ਨਾਂ ਲਿਆ, ਪਰ ਪਤਾ ਤੁਹਾਨੂੰ ਵੀ ਹੈ ਕਿਹੜੀਆਂ ਚੈਨਲਾਂ ਨੇ ਤੇ ਕਿਹੜੀਆਂ ਅਖਬਾਰਾਂ ਲੈਂਦੀਆਂ ਪੈਸੇ ਜੀ। ਤੇ ਜੇ ਮੈਂ ਨਹੀਂ ਦੱਸਦਾ, ਤੁਸੀਂ ਵੀ ਖਾਮੋਸ਼ ਰਹਿੰਦੇ ਹੋ। ਮਾਨ ਤੇਰੀ ਸੋਚ ਤੇ ਇੱਕ ਪ੍ਰਸ਼ਨ ਹੋਰ ਆ, ਮੈਂ 3 ਲੀਡਰਾਂ ਦੇ ਨਾਮ ਲਊਂਗਾ। ਮੈਂ ਚਾਹੂੰਗਾ ਵੀ ਇੱਕ ਸ਼ਬਦ 'ਚ ਤੁਸੀਂ ਉਹਨਾਂ ਬਾਰੇ ਕੀ ਸੋਚਦੇ ਹੋ ਉਹ ਜ਼ਰੂਰ ਦੱਸਿਓ। ਸਭ ਤੋਂ ਪਹਿਲਾ ਨਾਮ ਆ ਪ੍ਰਕਾਸ਼ ਸਿੰਘ ਬਾਦਲ। ਦੇਖੋ, ਮੈਂ ਕਿਸੇ ਦੇ ਬਾਰੇ ਕਹਿਣਾ ਨਹੀਂ ਚਾਹੁੰਦਾ ਕੁਝ। ਤੁਹਾਨੂੰ ਸਾਰਿਆਂ ਨੂੰ ਪਤਾ ਕੀ ਚੀਜ਼ਾਂ ਹੈਗੀਆਂ ਇਹ, ਹੈ ਨਾ। ਇਹਨਾਂ ਦੇ ਬਾਰੇ ਹੁਣ ਕੀ ਕਹਿਣਾ ਇਹ, ਜਦੋਂ ਸਾਰਿਆਂ ਨੂੰ ਤਾਂ ਪਤਾ। ਮੈਂ ਕਿਸੇ ਦਾ ਵੀ ਨਾਮ ਨਾ ਲਵਾਂ, ਕੋਈ ਫਾਇਦਾ ਨਹੀਂ, ਕਿਉਂ ਕਰਕੇ ਸਾਰਿਆਂ ਨੂੰ ਪਤਾ। ਤੁਸੀਂ ਨਾਂ ਉਹਨਾਂ ਦੇ ਲਾਓਗੇ ਜਿਨ੍ਹਾਂ ਬਾਰੇ ਸਾਰਿਆਂ ਨੂੰ ਪਤਾ ਕਿ ਇਹ ਕੀ ਕਰਦੇ ਆ। ਜੀ ਮਾਨ ਸਾਹਿਬ, ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਮਿਹਰਬਾਨੀ।